ਦੋਸਤੋ ਬੰਗਲਾਦੇਸ਼ ਦੇ ਵਿੱਚ ਮੁਜ਼ਾਹਰੇ ਹੋਣੇ ਸ਼ੁਰੂ ਹੋਏ। ਇਹਨਾਂ ਮੁਜ਼ਾਹਰਿਆਂ ਦਾ ਪਾਕਿਸਤਾਨ ਦੇ ਨਾਲ ਕੀ ਤਲਕ ਹੈ ਤੇ ਅਸੀਂ ਇਹਦੇ 'ਤੇ ਗੱਲ ਕਿਉਂ ਕਰਨ ਰਹੇ ਹਾਂ? ਇਹਦੀ ਇੱਕ ਵਜ੍ਹਾ ਹੈਗੀ। ਮੁਜ਼ਾਹਰੇ ਦੀ ਇੱਕ ਵਜ੍ਹਾ ਇਹ ਹੋਈ ਕਿ ਬੰਗਲਾਦੇਸ਼ ਦੀ ਗਵਰਨਮੈਂਟ ਨੇ ਜਿਹੜੀ ਹਸੀਨਾ ਵਾਜਦ ਵਜ਼ੀਰ ਆਜ਼ਮ ਨੇ ਉਹਨਾਂ ਦੀ ਗਵਰਨਮੈਂਟ ਜਿਹੜੀ ਹੈ ਉਹਨਾਂ ਇੱਕ ਅਸੂਲ ਬਣਾਇਆ, ਬਲਕਿ ਇਹ ਅਸੂਲ ਉਹਨਾਂ ਦੇ ਵਾਲਿਦ ਜਿਹੜੇ ਸਨ ਜਿਨ੍ਹਾਂ ਨੇ ਬੰਗਲਾਦੇਸ਼ ਬਣਾਉਣ ਦੇ ਬਾਨੀ ਜਿਹਨੂੰ ਸ਼ੁਮਾਰ ਕੀਤਾ ਜਾਂਦਾ, ਜਿਹੜੇ ਪਾਕਿਸਤਾਨ ਤੋਂ ਵੱਖ ਕਰਕੇ ਉਹਨਾਂ ਨੇ ਬੰਗਲਾਦੇਸ਼ ਬਣਾਇਆ, ਸ਼ੇਖ ਮੁਜੀਬੁਰ ਰਹਿਮਾਨ, ਉਹਨਾਂ ਨੇ ਇਹ ਦਿੱਤਾ ਸੀ ਅਸੂਲ ਕਿ ਉਹ ਲੋਕ ਜਿਹੜੇ ਬੰਗਲਾਦੇਸ਼ ਨੂੰ ਅਲੱਗ ਮੁਲਕ ਬਣਾਉਣ ਵਾਸਤੇ ਬੜੇ ਮੁਤਹਰਕ ਸਨ, ਜਿਨ੍ਹਾਂ ਨੇ ਕੋਈ ਉਹਦੇ 'ਚ ਕੰਮ ਕੀਤਾ, ਜਾਨਾਂ ਦਿੱਤੀਆਂ, ਕੈਦ ਕੱਟੀ ਜਾਂ ਕੋਈ ਹੋਰ ਉਹਨਾਂ ਨੇ ਕੁਰਬਾਨੀ ਦਿੱਤੀ, ਔਰ ਬੰਗਲਾਦੇਸ਼ੀ ਜਿਨ੍ਹਾਂ ਨੂੰ ਫਰੀडम ਫਾਈਟਰ ਕਹਿੰਦੇ ਨੇ, ਉਹਨਾਂ ਦੇ ਖਾਨਦਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ 30% ਕੋਟਾ ਦਿੱਤਾ ਗਿਆ। ਇਹ ਸ਼ੇਖ ਮੁਜੀਬੁਰ ਰਹਿਮਾਨ ਨੇ ਅਸੂਲ ਤੈਅ ਕਰ ਦਿੱਤਾ, ਯਾਨੀ 100 ਨੌਕਰੀਆਂ ਨੇ ਤੋਂ ਜੇ ਤੋਂ 30 ਨੌਕਰੀਆਂ ਜਿਹੜੀਆਂ ਨੇ ਉਹਨਾਂ ਖਾਨਦਾਨਾਂ ਨੂੰ ਮਿਲਣਗੀਆਂ ਜਿਨ੍ਹਾਂ ਨੇ ਬੰਗਲਾਦੇਸ਼ ਬਣਾਇਆ, ਉਹਨਾਂ ਲੋਕਾਂ ਦੇ ਖਾਨਦਾਨਾਂ ਨੂੰ। ਹੁਣ ਮਸਲਾ ਇਹ ਹੋਇਆ ਕਿ ਬੰਗਲਾਦੇਸ਼ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਕੋਟਾ ਹੈ ਉਹ ਅਕਲੀਤਾਂ ਨੂੰ ਤਾਂ ਦਿੱਤਾ ਜਾਵੇ, ਖਵਾਤੀਨ ਨੂੰ ਤੁਸੀਂ ਅੱਗੇ ਲਿਆਉਣਾ ਚਾਹੁੰਦੇ ਜੇ ਸਮਾਜ ਦੇ ਵਿੱਚ, ਤੇ ਚਲੋ ਉਹਨਾਂ ਨੂੰ ਦੇ ਦਿਓ, ਲੇਕਿਨ ਇਹ ਜਿਹੜਾ ਕਹਿ ਕੇ ਕਿ ਇਹ ਜਨਾਬ ਦਿੱਤਾ ਜਾਵੇ ਬੰਗਲਾਦੇਸ਼ ਦੇ ਫਰੀडम ਫਾਈਟਰ ਦੇ ਖਾਨਦਾਨਾਂ ਨੂੰ, ਇਹ ਤਾਂ ਸਿੱਧਾ ਸਿੱਧਾ ਆਪਣੇ ਵਰਕਰਸ ਜਿਹੜੇ ਨੇ ਉਹਨਾਂ ਨੂੰ ਨਵਾਜ਼ਣ ਦੀ ਕੋਸ਼ਿਸ਼ ਹੈ। ਔਰ ਅਵਾਮੀ ਲੀਗ ਇਸ ਕੋਟੇ ਦੇ ਰਾਹੀਂ ਆਪਣੇ ਖਾਸ ਬੰਦਿਆਂ ਨੂੰ ਨੌਕਰੀਆਂ ਦੇ ਰਹੀ ਔਰ ਦੂਜੇ ਲੋਕ ਜਿਹੜੇ ਨੇ ਉਹ ਨੌਕਰੀਆਂ ਤੋਂ ਮਹਿਰੂਮ ਕੀਤੇ ਜਾ ਰਹੇ ਨੇ। ਅੱਛਾ, ਇਹ ਜਦੋਂ ਗੱਲ ਕੀਤੀ ਸਟੂਡੈਂਟਸ ਨੇ ਕੁਝ ਛੋਟੇ ਜਿਹੇ ਮੁਜ਼ਾਹਰਿਆਂ ਦੇ ਵਿੱਚ ਹੜਤਾਲਾਂ ਕੀਤੀਆਂ, ਤੇ ਜੇ ਵਜ਼ੀਰ ਆਜ਼ਮ ਸ਼ੇਖ ਹਸੀਨਾ ਵਾਜਦ ਨੇ ਕਿਹਾ ਕਿ ਇਹ ਲੋਕ ਜਿਹੜੇ ਨੇ ਇਹ ਤਾਂ ਇੰਜ ਨੇ ਜਿਵੇਂ ਪਾਕਿਸਤਾਨ ਦੇ ਰਜ਼ਾਕਾਰ ਨੇ, ਯਾਨੀ ਪਾਕਿਸਤਾਨ ਦੇ ਹਾਮੀ ਨੇ। ਅੱਛਾ, ਇਹ ਗੱਲ ਨੇ ਉੱਥੇ ਹੋਰ ਉਹਨਾਂ ਨੂੰ ਮੁਸ਼ਤਿਲ ਕਰ ਦਿੱਤਾ, ਔਰ ਉਹ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਸਟੂਡੈਂਟਸ ਜਿਹੜੇ ਨੇ ਉਹ ਲੱਖਾਂ ਦੀ ਤਾਦਾਦ 'ਚ ਬਾਹਰ ਸੜਕਾਂ 'ਤੇ ਆ ਗਏ। ਇਹ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ, 1.5 ਹਫ਼ਤੇ ਤੋਂ ਜਾਰੀ, ਔਰ ਹੁਣ ਤੱਕ ਇਹਦੇ 'ਚ ਕੁਝ 125 ਲੋਕ ਜਿਹੜੇ ਸਟੂਡੈਂਟਸ ਨੇ ਉਹ ਮਾਰੇ ਜਾ ਚੁੱਕੇ ਨੇ। ਉੱਥੇ ਹਾਲਾਤ ਜਿਹੜੇ ਨੇ ਪਹਿਲੀ ਦਫਾ ਲੋਕਾਂ ਨੇ ਵੇਖਿਆ ਜਦੋਂ ਦਾ ਮਸ਼ਰਕੀ ਪਾਕਿਸਤਾਨ ਅਲੱਗ ਹੋਇਆ, ਉਸ ਤੋਂ ਬਾਅਦ ਇਸ ਸਤ੍ਹਾ ਦੇ ਸੰਗੀਨ ਮੁਜ਼ਾਹਰੇ ਔਰ ਸ਼ਦੀਦ ਮੁਜ਼ਾਹਰੇ ਪਹਿਲੀ ਦਫਾ ਹੋ ਰਹੇ ਨੇ ਬੰਗਲਾਦੇਸ਼ ਦੇ ਵਿੱਚ। ਇਹਨਾਂ ਮੁਜ਼ਾਹਰਿਆਂ ਦੇ ਵਿੱਚ ਜਿਹੜੇ ਲੋਕ ਮਾਰੇ ਗਏ, ਜਿਹੜੇ ਸਟੂਡੈਂਟਸ, ਉਹਨਾਂ ਦੀਆਂ ਅਸੀਂ ਤਸਵੀਰਾਂ ਵੇਖੀਆਂ, ਵੀਡੀਓਜ਼ ਵੇਖੀਆਂ। ਜਮਾਤ ਇਸਲਾਮੀ ਦੇ ਬਹੁਤ ਸਾਰੇ ਲੋਕ ਨੇ, ਜਮਾਤ ਇਸਲਾਮੀ ਬੰਗਲਾਦੇਸ਼ ਦੀ ਮੈਂ ਗੱਲ ਕਰਨਾ, ਇਸਲਾਮੀ ਜਮੀਅਤ ਤਲਬਾ ਬੰਗਲਾਦੇਸ਼ ਦੇ ਲੋਕ ਨੇ, ਉਹਨਾਂ ਦੇ ਜਨਾਜ਼ੇ ਪੜ੍ਹੇ ਜਾਂਦੇ ਅਸੀਂ ਵੇਖੇ ਨੇ। ਔਰ ਜਮਾਤ ਇਸਲਾਮੀ ਬੰਗਲਾਦੇਸ਼ ਉਹ ਜਮਾਤ ਹੈ ਜਿਨ੍ਹਾਂ ਦੀ ਕਿਆਦਤ ਨੂੰ, ਜਿਨ੍ਹਾਂ ਦੇ ਬਜ਼ੁਰਗ ਜਿਹੜੇ ਰਿਟਾਇਰ ਜ਼ਿੰਦਗੀ ਗੁਜ਼ਾਰਨ ਡਏ ਸਨ ਸਿਆਸਤ ਤੋਂ ਬਾਅਦ, ਹਸੀਨਾ ਵਾਜਦ ਹੁਕੂਮਤ ਨੇ ਉਹਨਾਂ ਨੂੰ ਵੀ ਫਾਂਸੀ ਦਿੱਤੀ, ਇਹ ਕਹਿ ਕੇ ਕਿ ਇਹ ਜੰਗੀ ਮੁਜਰਮ ਹੈਗੇ ਨੇ ਔਰ ਇਹਨਾਂ ਨੇ ਬੰਗਲਾਦੇਸ਼ ਦੇ ਲੋਕਾਂ ਦੇ ਖਿਲਾਫ ਪਾਕਿਸਤਾਨ ਦੀ ਮਦਦ ਕੀਤੀ। ਤੇ ਇਹਨਾਂ ਦੀ ਵਜ੍ਹਾ ਨਾਲ ਉੱਥੇ ਹਾਲਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਵਿਗੜੇ ਹੋਏ ਨੇ। ਲੋਕ ਬੰਗਲਾਦੇਸ਼ ਦੇ ਹਾਲਾਤ ਦੀ ਇੱਕ ਮਿਸਾਲ ਜਾਂ ਤਸ਼ਬੀਹ ਦੇ ਰਹੇ ਨੇ ਪਾਕਿਸਤਾਨ ਦੇ ਵਿੱਚ ਜੋ ਕੁਝ ਲਾਵਾ ਪੱਕਣ ਡਿਆ ਇਹਦੇ ਨਾਲ। ਲੋਕ ਕੁਝ ਕਹਿ ਰਹੇ ਨੇ ਕਿ ਜੋ ਕੁਝ ਬੰਨੂ ਦੇ ਵਿੱਚ ਹੋ ਰਿਹਾ ਵੇ, ਜੋ ਕੁਝ ਪਾਕਿਸਤਾਨ ਦੇ ਬਾਕੀ ਸ਼ਹਿਰਾਂ ਦੇ ਵਿੱਚ ਲੋਕ ਮਹਿਸੂਸ ਕਰਨ ਡਏ ਨੇ ਕਿ ਇਹ ਹਕੂਮਤਾਂ ਜਿਹੜੀਆਂ ਸਾਡੀਆਂ ਨੇ, ਜਿਹੜੇ ਸਾਬੇ ਇਖਤਿਆਰ ਲੋਕ ਨੇ, ਉਹ ਲੋਕਾਂ ਦੀਆਂ ਮਹਿਰੂਮੀਆਂ ਦਾ ਅਹਿਸਾਸ ਨਹੀਂ ਕਰਨ ਡਏ। ਖਾਸ ਤੌਰ 'ਤੇ ਬਾਕੀ ਗੱਲਾਂ ਇੱਕ ਪਾਸੇ, ਖਾਸ ਤੌਰ 'ਤੇ ਜਿਹੜੇ ਬਿਜਲੀ ਦੇ ਨਿਰਖ ਨੇ ਔਰ ਪੈਟਰੋਲ ਦੇ ਨਿਰਖ, ਇਹਦੇ ਹਵਾਲੇ ਨਾਲ ਹਕੂਮਤ ਬਿਲਕੁਲ ਸਫਾਕ ਹੋ ਗਈ। ਅਤੇ ਲੋਕਾਂ ਦਾ ਇਹ ਖਿਆਲ ਹੈ ਕਿ ਇਹ ਇੱਕ ਪਰਦਾ ਜਿਹਾ ਹੀ ਹੈਗਾ ਵੇ ਜਿਸ ਦਿਨ ਇਹ ਚੁੱਕਿਆ ਗਿਆ, ਅਤੇ ਪਾਕਿਸਤਾਨ ਦੇ ਵਿੱਚ ਵੀ ਅੱਲਾ ਨਾ ਕਰੇ ਕਿ ਹਾਲਾਤ ਇੰਨੇ ਹੀ ਸੰਗੀਨ ਹੋਣਗੇ ਔਰ ਉਹ ਜਿਹੜਾ ਗੁੱਸਾ ਲੋਕ ਕਿਸੇ ਵਜ੍ਹਾ ਨਾਲ ਹਕੂਮਤ ਦੇ ਖਿਲਾਫ ਨਹੀਂ ਕੱਢ ਪਾ ਰਹੇ, ਉਹ ਫਿਰ ਇਹ ਜਿਹੜੀ ਆੜ ਬਣੇਗੀ ਔਰ ਇਹਦੇ ਵਿੱਚ ਲੋਕ ਇੱਥੇ ਵੀ ਵਾਇਲੈਂਟ ਹੋ ਸਕਦੇ ਨੇ। ਅਸੀਂ ਇਸ ਤਰ੍ਹਾਂ ਦੇ ਵੇਖਿਆ, ਇਹ ਪਹਿਲੇ ਵੀ ਹੋਇਆ ਕਿ ਜਨਾਬ ਪਰਵੇਜ਼ ਮੁਸ਼ਰਫ ਦਾ ਜਦੋਂ ਦੌਰ ਸੀ ਤੇ ਬਹੁਤ ਅਰਸਾ ਤੱਕ ਮਜਾਲ ਹੈ ਕਿ ਕੋਈ ਮੁਜ਼ਾਹਰਾ ਕਰ ਸਕੇ। ਉਸ ਦੌਰਾਨ ਫਿਰ ਸਾਨੂੰ ਇਹ ਪਤਾ ਲੱਗਾ ਕਿ ਜਨਾਬ ਉਹ ਸਵੀਡਨ ਵਗੈਰਾ ਦੇ ਵਿੱਚ ਤੋਹੀਨ ਅਮੇਜ਼ ਖਾਕੇ ਛਾਇਆ ਹੋਏ, ਔਰ ਉਹ ਕਿਉਂਕਿ ਐਸਾ ਇਸ਼ੂ ਸੀ ਕਿ ਸਾਰੇ ਮੁਸਲਮਾਨਾਂ ਦਾ ਇਕੱਠਾ ਸੀ, ਔਰ ਉਹਦੇ ਵਿੱਚ ਮਾਰ ਰੋਡ ਲਾਹੌਰ ਦੇ ਉੱਤੇ ਇੱਕ ਮੁਜ਼ਾਹਰਾ ਹੋਇਆ। ਉਸ ਮੁਜ਼ਾਹਰੇ ਦੇ ਵਿੱਚ ਲੋਕਾਂ ਨੇ ਕੀ ਕੀਤਾ, 2-3 ਲੋਕ ਮਾਰੇ ਵੀ ਗਏ ਔਰ ਉਹਨਾਂ ਲੋਕਾਂ ਨੇ ਲੋਕਾਂ ਦੀਆਂ ਖੜੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਅੱਗ ਲਾ ਦਿੱਤੀ, ਮੋਟਰਸਾਈਕਲਾਂ ਨੂੰ ਅੱਗ ਲਾ ਦਿੱਤੀ। ਅਤੇ ਇਹ ਗੁੱਸਾ ਹੁੰਦਾ ਵੇ ਲੋਕਾਂ ਦੇ ਅੰਦਰ ਜਿਹੜਾ ਪਲਦਾ ਹੈ, ਅਤੇ ਅਗਰ ਹਕੂਮਤਾਂ ਉਹਦੇ ਉੱਤੇ ਤੋਜੋ ਨਾ ਦੇਣ, ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਨਾ ਕਰਨ, ਆਪਣੀ ਗਵਰਨੈਂਸ ਬਿਹਤਰ ਨਾ ਕਰਨ ਔਰ ਲੋਕਾਂ ਨੂੰ ਸਹੂਲਤ ਨਾ ਪਹੁੰਚਾਉਣ,
तो फिर वो गुस्सा किसी मामूली ऐसी गल के उत्ते बाहर आ जाता जिंदे कोलों लोग तवक्को भी नहीं सी करते। तो बांग्लादेश के जिहड़े हालात ने वो बहुत ख़राब ने। और उत्थे 2007 तो बाद 2007 च उत्थे निगरान गवर्नमेंट सी, तो निगरान गवर्नमेंट ने उदों करफ्यू लाया सी, हालात ख़राब होए सन। हसीना वाजद के जिहड़े वर्कर सन और जिहड़े खालदा जिया के वर्कर सन, उन्होंने दोवां पार्टियां दे टकराओ और तशद्दुद दे सिलसिला होया सी, ते उदों लगा सी करफ्यू। लेकिन वो चंद दिन का करफ्यू सी और उहदे विच हालात इन्नियां नहीं सी हैगियां। बांग्लादेश बनने तो बाद जिवें मैं पहले कहा कि ये पहली दफ़ा इंज होया वे कि लाया। अच्छा, करफ्यू ऐसे वक्त लाया गया कि जदों मुजाहरीन दी पुलिस दे नाल रैपिड एक्शन बटालियन RAP और बॉर्डर गार्ड फोर्स BGB दे नाल मुसलसल जिहड़ियां ने झड़पां ने, ते वो बांग्लादेश टैलीविजन के उत्ते भी मुजाहरीन ने कब्जा कर लिया। यानी ये शिद्दत का तुसीं अंदाज़ा करो कि बांग्लादेश का जिहड़ा टैलीविजन है उनके उत्ते भी कब्जा कर लिया मुजाहरीन ने। हुण जनाब ये जिहड़ा लगा है करफ्यू, इस करफ्यू के दौरान गवर्नमेंट ने अगर तो कोई मुज़ाकरात करने की कोशिश की और मुतालबा उन्होंने मुजाहरीन ने मन ले, तो मेरा ख्याल है कि किसी पासे गल लगेगी। लेकिन जिहड़ा डेंट पैना सी शेख हसीना वाजद की सियासी साख और मकबूलीयत दे विच वो पै गया। वो तीसरी दफ़ा वज़ीर आज़म बनिया ने, तीसरी चौथी दफ़ा। तो उन्होंने दे दौर दे विच बजा तौर पर बांग्लादेश ने माशी लिहाज नाल बड़ी तरक्की की। कुछ लोगों का यह भी कहना है कि बांग्लादेश की जिहड़ी तरक्की हो रही सी उनकी रफ्तार नूं रोकण वास्ते इस किस्म के जिहड़े प्लान होया किसी कुवत का, तो उनकी वजह नाल जनाब उत्थे हंगामे होए। हुण माशी अमल बांग्लादेश का रुकेगा और लोग जिहड़े ने उन्होंने दस्सिया जाएगा कि तुहानूं जमहूरी आज़ादियाँ दित्तियां जा रही ने, तुहाडे मुतालबे भी मान लए गए ने। लेकिन दूसरे पासे जिहड़ा बांग्लादेश तरक्की कर रहा सी वो रोक सकता है। मेरा ये ख्याल है कि ये जिहड़े तरक्की पजीर मुल्क होंदे ने उन्हां दे विच बैक वक्त कई फोर्सिस जिहड़ियां ने वो एक दूसरे दे नाल जदल कर रही होंदियां ने, मुकाबला कर रही होंदियां ने। तो जिहड़े लोग होंदे ने उन्होंने बड़ी बरीक बीनी नाल दानिशमंदी दे नाल ये सोचना चाहिए है कि साडे वास्ते बेहतर की है। यकीनी तौर पर जिहड़ा हसीना वाजद ने उन्होंने बांग्लादेश नूं जिवें मैं पहले कहा कि माशी तौर पर तो मजबूत किया, लेकिन बांग्लादेश दे विच जिहड़े पोलीटिकल उन्हां दे राइवल्स ने उन्हां दे नाल मुकालमा नहीं उन्होंने किया। उन्होंने एक डिक्टेटर का रूप इख्तियार किया, जमहूरी हुकूमत है लेकिन डिक्टेटर वांगू उन्होंने उन्होंने चलाने की कोशिश की। तो जदों भी सिविल डिक्टेटर आउंदा वे या जमहूरी डिक्टेटर किते हुंदा है तो उस सोसाइटी के जिहड़े छुपे हुए इख्तलाफात होंदे ने वो वध जांदे ने। तो मैनूं ये खदशा है, अल्लाह मैं बार बार कहना कि अल्लाह ना करे कि पाकिस्तान दे विच बहुत सारियां ऐसियां चीज़ां ने कि जिन्होंने कारपट के थले दबाया जाता रहा है। पाकिस्तान के समाज से बड़े इख्तलाफात बड़े ऐसे तजादात है ने कि जिहड़े वड्डे किसी अलमीए के बाइस बन सकते हैं। तो जदों ऐसे हालात के उत्ते तवज्जो ना दी जाए तो फिर अल्लाह ना करे कोई ऐसी सिचुएशन हो। तो पाकिस्तान की गवर्नमेंट नूं, पाकिस्तान के जिहड़े जिम्मेदार लोग ने उन्होंने बांग्लादेश के जिहड़े हालात ने उनके तो सबक लेना चाहिए और इत्थे जो भी शिकायत लोगों को पैदा हो रही ने हुकूमत तो वो जिहड़ी शिकायत का अजाला फौरी तौर पर जरूरी है। तो जींदे रहो, वसदे रहो जनाब।